6ਵੇਂ ਹਫ਼ਤੇ ਦੇ ਪਹਿਲੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉਹਨਾਂ ਪਾਰਟੀਕਲਸ ਦੀ ਪ੍ਰੋਬਲਮ ਨੂੰ ਦੇਖ ਰਹੇ ਸੀ ਜੋ ਕਿ ਇੱਕ ਦੂਜੇ ਨਾਲ ਜੁੜੇ ਹੋਏ ਹਨ, ਅਤੇ ਸਾਡੇ ਲਈ ਕਪਲਿੰਗ ਦਾ ਮਤਲਬ ਹੋਵੇਗਾ ਕਿ ਜੇਕਰ ਮੈਂ ਉਹਨਾਂ ਵਿੱਚੋਂ ਇੱਕ ਨੂੰ ਡਿਸਟਰਬ ਕਰਦਾ ਹਾਂ, ਤਾਂ ਬਾਕੀ ਵੀ ਡਿਸਟਰਬ ਹੋ ਜਾਣਗੇ। ਇਸ ਲਈ ਜੇਕਰ ਮੈਂ ਓਸੀਲੇਟ ਕਰਦਾ ਹਾਂ, ਮੰਨ ਲਓ ਪਾਰਟੀਕਲਸ ਵਿੱਚੋਂ ਇੱਕ ਪਾਰਟੀਕਲ ਨੂੰ, ਤਾਂ ਬਾਕੀ ਪਾਰਟੀਕਲ ਵੀ ਜਲਦੀ ਹੀ ਓਸੀਲੇਟ ਕਰਨਾ ਸ਼ੁਰੂ ਕਰ ਦੇਣਗੇ। ਅਸੀਂ ਇਸ ਅਰਥ ਵਿੱਚ ਓਸੀਲੇਸ਼ਨਸ ਦੀ ਪ੍ਰੋਗਰੈਸ਼ਨ ਦੇਖ ਸਕਦੇ ਹਾਂ ਕਿ ਜੇਕਰ ਮੈਂ ਇੱਕ ਵਿਸ਼ੇਸ਼ ਪਾਰਟੀਕਲ ਨੂੰ ਓਸੀਲੇਟ ਕਰਦਾ ਹਾਂ ਤਾਂ ਇਹ ਡਿਸਟਰਬੈਂਸ ਨੂੰ ਅਗਲੇ ਅਤੇ ਫਿਰ ਅਗਲੇ ਅਤੇ ਇਸੇ ਤਰ੍ਹਾਂ ਹੋਰ ਤੱਕ ਪਹੁੰਚਾਏਗਾ। ਅਤੇ ਜਦੋਂ ਇਹ ਅਜਿਹਾ ਕਰਦਾ ਹੈ, ਇਹ ਕਿਸੇ ਛੋਟੇ ਇੱਕ ਫੇਜ਼ ਲੈਗ ਦੇ ਨਾਲ ਅਜਿਹਾ ਕਰਦਾ ਹੈ, ਅਤੇ ਇਸ ਤਰੀਕੇ ਨਾਲ ਡਿਸਟਰਬੈਂਸ ਪ੍ਰਸਾਰਿਤ ਹੁੰਦੀ ਹੈ। ਅਤੇ ਡਿਸਟਰਬੈਂਸਸ ਦਾ ਇਹ ਪ੍ਰੋਪੇਗੇਸ਼ਨ, ਜਿਸ ਨੂੰ ਅਸੀਂ ਵੇਵ ਕਹਿੰਦੇ ਹਾਂ। ਇਸ ਲਈ ਹਰ ਵਾਰ ਜਦੋਂ ਅਸੀਂ ਵੇਵ ਦੀ ਗੱਲ ਕਰਦੇ ਹਾਂ, ਜਿਵੇਂ ਕਿ ਸਾਊਂਡ ਵੇਵ, ਪ੍ਰੈਸ਼ਰ ਡਿਸਟਰਬੈਂਸ ਦਾ ਪ੍ਰੋਪੇਗੇਸ਼ਨ ਹੈ। ਇਸੇ ਤਰ੍ਹਾਂ ਹਰ ਵੇਵ ਕਿਸੇ ਨਾ ਕਿਸੇ ਅਰਥ ਵਿੱਚ ਕਿਸੇ ਖਾਸ ਕਿਸਮ ਦੀ ਡਿਸਟਰਬੈਂਸ ਦਾ ਪ੍ਰੋਪੇਗੇਸ਼ਨ ਹੈ। ਇਸ ਲਈ ਇੱਥੇ ਅਸੀਂ ਉਸ ਡਿਸਟਰਬੈਂਸ ਦੀ ਗੱਲ ਕਰ ਰਹੇ ਹਾਂ ਜੋ ਅਸੀਂ ਇੱਕ ਸਟਰਿੰਗ ਵਿੱਚ ਬਣਾਈ ਹੈ, ਅਤੇ ਅੰਤ ਵਿੱਚ ਅਸੀਂ ਪਾਰਟੀਕਲਸ ਨੂੰ ਨੇੜੇ ਲਿਆਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਅੱਗੇ ਜਾਰੀ ਰੱਖ ਸਕਣ। ਇਸ ਲਈ ਇਹਨਾਂ ਪਾਰਟੀਕਲਸ ਦੇ ਅੰਦਰ ਛੋਟੀ ਦੂਰੀ ਦੀ ਸੀਮਾ ਵਿੱਚ ਅਸੀਂ ਪ੍ਰਾਪਤ ਕੀਤਾ ਕਿ ਨਾਰਮਲ ਫ੍ਰੀਕੁਐਂਸੀਜ਼ ਕੀ ਹਨ। ਅਸੀਂ ਪ੍ਰਾਪਤ ਕਰਦੇ ਹਾਂ ਕਿ ਨਾਰਮਲ ਮੋਡ ਕੀ ਹਨ, ਅਤੇ ਇਸੇ ਤਰ੍ਹਾਂ ਅੱਗੇ ਵੀ। ਇਸ ਲਈ ਇਹ ਸਿੰਗਲ ਪਾਰਟੀਕਲ ਨੂੰ ਕੰਸੀਡਰ ਕਰਨ ਤੋਂ ਸ਼ੁਰੂ ਹੋ ਰਿਹਾ ਹੈ, ਫਿਰ 2 ਪਾਰਟੀਕਲ, ਫਿਰ ਅਸੀਂ n ਪਾਰਟੀਕਲ ਤੱਕ ਗਏ, ਅਤੇ ਫਿਰ ਅਸੀਂ ਕੰਟੀਨਿਊਅਮ ਲਿਮਿਟ ਲਈ। ਹੁਣ ਅਸੀਂ ਸਿੱਧੇ ਸਟ੍ਰਿੰਗਸ ਨਾਲ ਕੰਮ ਕਰਾਂਗੇ ਅਤੇ ਜਾਣਾਂਗੇ ਕਿ ਇਹ ਕਿਸ ਕਿਸਮ ਦੇ ਓਸੀਲੇਸ਼ਨਸ ਨੂੰ ਪ੍ਰਦਰਸ਼ਿਤ ਕਰੇਗਾ ਜਾਂ ਓਸੀਲੇਸ਼ਨਸ ਦਾ ਪੈਟਰਨ ਜੋ ਇਹ ਪ੍ਰਦਰਸ਼ਿਤ ਕਰੇਗਾ। ਇਸ ਲਈ ਪ੍ਰਸ਼ਨ ਦੁਬਾਰਾ ਇੱਕ ਸਟਰਿੰਗ ਦੇ ਨਾਰਮਲ ਮੋਡ ਓਸੀਲੇਸ਼ਨਸ ਬਾਰੇ ਹੈ। ਇਸ ਲਈ ਸ਼ੁਰੂਆਤੀ ਪੁਆਇੰਟ ਇੱਕ ਸਟਰਿੰਗ ਦੇ ਇੱਕ ਸਮਾਲ ਪੋਰਸ਼ਨ ਨੂੰ ਕੰਸੀਡਰ ਕਰਨਾ ਹੈ। ਮੰਨ ਲਓ ਕਿ ਮੈਂ ਇਸ ਤਰ੍ਹਾਂ ਦੇ ਇੱਕ ਸਮਾਲ ਪੋਰਸ਼ਨ ਨੂੰ ਕੰਸੀਡਰ ਕਰਦਾ ਹਾਂ। ਇਸ ਲਈ ਸਾਰੀ ਸਟਰਿੰਗ ਓਸੀਲੇਟ ਹੋ ਰਹੀ ਹੈ। ਮੈਂ ਇਸ ਬਾਰੇ ਚਿੰਤਿਤ ਨਹੀਂ ਹਾਂ ਕਿ ਬਾਕੀ ਦੇ ਭਾਗ ਨਾਲ ਕੀ ਹੋ ਰਿਹਾ ਹੈ। ਇਸ ਲਈ ਮੈਂ ਸਿਰਫ ਛੋਟੇ ਸੈਗਮੈਂਟ ਨੂੰ ਦੇਖ ਰਿਹਾ ਹਾਂ। ਮੈਂ ਇਸ ਨੂੰ ਇੱਕ ਸੈਗਮੈਂਟ ਕਹਿੰਦਾ ਹਾਂ ਜੋ ਇੱਥੇ x ਅਤੇ x ਪਲਸ dx ਦੇ ਵਿਚਕਾਰ ਹੈ। ਅਤੇ ਇਹ ਸੈਗਮੈਂਟ x ਤੇ a ਹੋਰੀਜ਼ੋਨਟਲ ਦੇ ਨਾਲ ਇੱਕ ਐਂਗਲ ਥੀਟਾ ਬਣਾਉਂਦਾ ਹੈ, ਅਤੇ x ਪਲਸ dx ਤੇ a ਹੋਰੀਜ਼ੋਨਟਲ ਦੇ ਨਾਲ ਇੱਕ ਐਂਗਲ ਥੀਟਾ ਪਲਸ d ਥੀਟਾ ਬਣਾਉਂਦਾ ਹੈ। ਅਤੇ ਅਸੀਂ ਇਹ ਮੰਨ ਲਵਾਂਗੇ ਕਿ ਸਟਰਿੰਗ ਨਿਸ਼ਚਿਤ ਤੌਰ ਤੇ ਓਸੀਲੇਟ ਕਰ ਰਿਹਾ ਹੈ, ਅਤੇ ਸਟਰਿੰਗ ਵਿੱਚ ਪੁੰਜ ਹੈ ਜੋ ਸਾਰੇ ਪਾਸੇ ਇਕਸਾਰ ਵੰਡਿਆ ਹੋਇਆ ਹੈ। ਇਸ ਲਈ ਦੂਜੇ ਸ਼ਬਦਾਂ ਵਿੱਚ ਸਟਰਿੰਗ ਦੀ ਡੈਂਸਿਟੀ ਸਾਰੀ ਸਟਰਿੰਗ ਵਿੱਚ ਇਕਸਾਰ ਹੁੰਦੀ ਹੈ। ਅਤੇ ਅਸੀਂ ਡੈਂਸਿਟੀ ਜਾਂ ਰੋ ਦੁਆਰਾ ਵਧੇਰੇ ਸਹੀ ਢੰਗ ਨਾਲ ਸਟਰਿੰਗ ਦੀ ਲੀਨੀਅਰ ਡੈਂਸਿਟੀ ਨੂੰ ਦਰਸਾਵਾਂਗੇ, ਅਤੇ ਅਸੀਂ ਇਹ ਵੀ ਮੰਨਾਂਗੇ ਕਿ ਸਟਰਿੰਗ ਵਿੱਚ ਯੂਨੀਫਾਰਮ ਟੈਂਸ਼ਨ T ਹੈ। ਸਪਸ਼ਟ ਤੌਰ ਤੇ ਪ੍ਰੋਬਲਮ ਦੇ ਫਿਜ਼ਿਕਸ ਤੋਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਹੋਰੀਜ਼ੋਨਟਲ ਡਾਇਰੈਕਸ਼ਨ ਵਿੱਚ ਕੋਈ ਨੈਟ ਫੋਰਸ ਨਹੀਂ ਹੈ। ਇਸ ਲਈ ਸਾਰੀ ਸਟਰਿੰਗ ਹੋਰੀਜ਼ੋਨਟਲ ਤਰੀਕੇ ਨਾਲ ਮੂਵ ਨਹੀਂ ਹੁੰਦੀ ਹੈ। ਇੱਥੇ ਸਿਰਫ ਵਰਟੀਕਲ ਡਾਇਰੈਕਸ਼ਨ ਵਿੱਚ ਫੋਰਸਜ਼ ਹਨ, ਜਿਸ ਕਾਰਨ ਓਸੀਲੇਸ਼ਨ ਹੁੰਦਾ ਹੈ। ਇਸ ਲਈ ਮੈਂ ਇਸ ਸੈਗਮੈਂਟ ਦੀ ਲੰਬਾਈ ਨੂੰ ds ਦੁਆਰਾ ਦਰਸਾਉਣ ਜਾ ਰਿਹਾ ਹਾਂ। ਇਸ ਲਈ ਮੈਨੂੰ ds ਲਈ ਇੱਕ ਐਕਸਪ੍ਰੈਸ਼ਨ ਲਿਖਣ ਦਿਓ, ਤਾਂ ds ਸਕੁਏਅਰ ਹੋਵੇਗਾ। ਇਸ ਲਈ ਸਪਸ਼ਟ ਤੌਰ ਤੇ ds ਸਕੁਏਅਰ ਇਹ ਹੋਰੀਜ਼ੋਨਟਲ ਕੰਪੋਨੈਂਟ ਹੈ। ਹੁਣ ਇਹ ਡਿਸਟੈਂਸ dx ਹੈ, ਅਤੇ ਇਸੇ ਤਰ੍ਹਾਂ dy ਇਹ ਡਿਸਟੈਂਸ ਹੈ। ਮੇਰੇ ਲਈ ds ਦੇ ਲਈ ਹੇਠਾਂ ਦਿੱਤੇ ਰਿਲੇਸ਼ਨ ਨੂੰ ਲਿਖਣਾ ਆਸਾਨ ਹੈ। ਮੈਂ ਤੁਹਾਨੂੰ ਇਹ ਆਪਣੇ ਆਪ ਕਰਨ ਲਈ ਦਿੰਦਾ ਹਾਂ। ਤੁਸੀਂ ਸਿਰਫ ਪੂਰੇ ਨੂੰ dx ਸਕੁਏਅਰ ਨਾਲ ਡਿਵਾਈਡ ਕਰਨਾ ਹੈ, ਤਾਂ ਤੁਹਾਨੂੰ ਹੇਠਾਂ ਦਿੱਤਾ ਰਿਲੇਸ਼ਨ ਮਿਲੇਗਾ। ਇਸ ਲਈ ਇਹ ਉਹ ਰਿਲੇਸ਼ਨ ਹੈ ਜਿਸ ਦੀ ਮੈਨੂੰ ਲੋੜ ਹੈ, ਜੋ ਮੈਨੂੰ ਸਟਰਿੰਗ ਦੇ ਸੈਗਮੈਂਟ ਦੀ ਲੰਬਾਈ ਦਿੰਦਾ ਹੈ ਜਿਸ ਨੂੰ ਮੈਂ ਕੰਸੀਡਰ ਕਰ ਰਿਹਾ ਹਾਂ। ਕਿਉਂਕਿ ਸਟਰਿੰਗ ਵਿੱਚ ਯੂਨੀਫਾਰਮ ਟੈਂਸ਼ਨ T ਹੈ, ਇਸ ਲਈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਟੈਂਸ਼ਨ ਦਾ ਹੋਰੀਜ਼ੋਨਟਲ ਕੰਪੋਨੈਂਟ ਹੋਵੇਗਾ ਜੋ ਕਿ T cos ਥੀਟਾ ਹੋਵੇਗਾ, ਅਤੇ ਵਰਟੀਕਲ ਕੰਪੋਨੈਂਟ ਜੋ
t sin ਥੀਟਾ ਹੋਵੇਗਾ। ਤਾਂ ਇਹ ਹੈ। ਇਸ ਪੁਆਇੰਟ ਤੇ ਇਹ ਕੇਸ ਹੋਵੇਗਾ। ਅਤੇ ਇਸੇ ਤਰ੍ਹਾਂ ਇੱਥੇ ਟੈਂਸ਼ਨ ਦਾ ਇੱਕ ਹੋਰ ਕੰਪੋਨੈਂਟ ਵੀ ਹੋਵੇਗਾ, ਜੋ ਇਸ ਪੁਆਇੰਟ ਤੇ ਵੀ ਕੰਮ ਕਰੇਗਾ। ਇਸ ਲਈ ਇਸ ਕੇਸ ਵਿੱਚ ਹੋਰੀਜ਼ੋਨਟਲ ਕੰਪੋਨੈਂਟ ਇਸ ਡਾਇਰੈਕਸ਼ਨ ਵਿੱਚ ਕੰਮ ਕਰੇਗਾ, ਅਤੇ ਨਿਸ਼ਚਿਤ ਤੌਰ ਤੇ ਵਰਟੀਕਲ ਕੰਪੋਨੈਂਟ ਹੇਠਾਂ ਵੱਲ ਕੰਮ ਕਰੇਗਾ, ਜਦਕਿ ਇੱਥੇ ਇਸ ਪੁਆਇੰਟ ਤੇ ਹੋਰੀਜ਼ੋਨਟਲ ਕੰਪੋਨੈਂਟ ਇਸ ਡਾਇਰੈਕਸ਼ਨ ਵਿੱਚ ਕੰਮ ਕਰੇਗਾ ਅਤੇ ਵਰਟੀਕਲ ਕੰਪੋਨੈਂਟ ਇੱਥੇ ਕੰਮ ਕਰੇਗਾ। ਇਸ ਲਈ ਅਸੀਂ ਸਪਸ਼ਟ ਤੌਰ ਤੇ ਦੇਖਦੇ ਹਾਂ ਕਿ ਹੋਰੀਜ਼ੋਨਟਲ ਕੰਪੋਨੈਂਟ ਓਪੋਜ਼ਿਟ ਡਾਇਰੈਕਸ਼ਨਸ ਵਿੱਚ ਕੰਮ ਕਰ ਰਹੇ ਹਨ, ਜਦੋਂ ਕਿ ਵਰਟੀਕਲ ਕੰਪੋਨੈਂਟ ਇਕੱਠੇ ਹੇਠਾਂ ਵੱਲ ਕੰਮ ਕਰ ਰਹੇ ਹਨ। ਅਤੇ ਅਸੀਂ ਅਜ਼ੰਪਸ਼ਨ ਦਾ ਇੱਕ ਮਹੱਤਵਪੂਰਨ ਭਾਗ ਪੇਸ਼ ਕਰਨ ਜਾ ਰਹੇ ਹਾਂ, ਅਰਥਾਤ ਕਿ ਓਸੀਲੇਸ਼ਨ ਦਾ ਐਂਪਲੀਟਿਊਡ ਕਾਫੀ ਛੋਟਾ ਹੈ, ਜਿਸ ਦਾ ਮਤਲਬ ਹੈ ਕਿ ਇੱਥੇ d ਥੀਟਾ ਕਾਫੀ ਛੋਟਾ ਹੋਵੇਗਾ। ਇਸ ਲਈ ਜੇਕਰ ਮੈਨੂੰ ਕਿਤੇ ਵੀ ਸਾਈਨ ਥੀਟਾ ਪਲਸ d ਥੀਟਾ ਲਿਖਣਾ ਪਵੇ ਤਾਂ ਮੈਂ ਇਹ ਅਜ਼ੰਪਸ਼ਨ ਬਣਾ ਸਕਦਾ ਹਾਂ ਕਿ d ਥੀਟਾ ਕਾਫੀ ਛੋਟਾ ਹੈ। ਅਤੇ ਲਿਮਿਟ ਵਿੱਚ ਜਦੋਂ d ਥੀਟਾ ਛੋਟਾ ਹੁੰਦਾ ਹੈ ਤਾਂ ਇਹ ਲਗਭਗ 0 ਹੁੰਦਾ ਹੈ। ਇਸ ਲਈ ਦੋ ਹੋਰੀਜ਼ੋਨਟਲ ਕੰਪੋਨੈਂਟ ਇੱਕ ਦੂਜੇ ਨੂੰ ਬੈਲੈਂਸ ਕਰਦੇ ਹਨ। ਫੋਰਸ ਦੇ ਵਰਟੀਕਲ ਕੰਪੋਨੈਂਟ ਬਾਰੇ ਕੀ ਹੈ? ਇਸ ਲਈ ਟੈਂਸ਼ਨ ਦੇ ਕਾਰਨ ਫੋਰਸ ਦਾ ਇਹ ਵਰਟੀਕਲ ਕੰਪੋਨੈਂਟ ਜਾਂ ਵਰਟੀਕਲ ਕੰਪੋਨੈਂਟ ਉਹ ਹੈ ਜੋ ਓਸੀਲੇਟ ਕਰਨ ਲਈ ਸਟਰਿੰਗ ਦੇ ਲਈ ਰੀਸਟੋਰਿੰਗ ਫੋਰਸ ਪ੍ਰਦਾਨ ਕਰਦਾ ਹੈ। ਤਾਂ ਇਸ ਕੇਸ ਵਿੱਚ ਮੈਨੂੰ t sin ਥੀਟਾ ਪਲਸ d ਥੀਟਾ ਮਾਈਨਸ t sin ਥੀਟਾ ਪ੍ਰਾਪਤ ਹੋਵੇਗਾ। ਇਸ ਵਰਟੀਕਲ ਕੰਪੋਨੈਂਟ ਨੂੰ ਹੇਠਾਂ ਲਿਖੇ ਅਨੁਸਾਰ ਲਿਖਿਆ ਜਾ ਸਕਦਾ ਹੈ। ਇਸ ਲਈ ਇਹ ਟੈਂਸ਼ਨ ਦੇ ਵਰਟੀਕਲ ਕੰਪੋਨੈਂਟ ਲਈ ਐਕਸਪ੍ਰੈਸ਼ਨ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਤੱਥ ਦੀ ਵਰਤੋਂ ਕੀਤੀ ਹੈ ਕਿ sin ਥੀਟਾ ਲਗਭਗ ਇਕੁਅਲ ਟੂ ਡੋ y ਬਾਈ ਡੋ x ਹੈ ਅਤੇ ਸਹੀ ਪੋਜੀਸ਼ਨਸ ਤੇ ਮੁਲਾਂਕਣ ਕੀਤਾ ਗਿਆ ਹੈ। ਮੈਂ dx ਨਾਲ ਮਲਟੀਪਲਾਈ ਅਤੇ ਡਿਵਾਈਡ ਕਰ ਸਕਦਾ ਹਾਂ। ਅਤੇ ਇਸ ਦੇ ਨਾਲ ਤੁਸੀਂ ਦੇਖੋਗੇ ਕਿ ਸਕੁਏਅਰ ਬ੍ਰੈਕਟਸ ਦੇ ਅੰਦਰ ਕੁਆਂਟੀਟੀ ਨੂੰ ਪਾਰਸ਼ੀਅਲ ਡਿਫਰੈਂਸ਼ੀਅਲ ਫਾਰਮ ਵਿੱਚ ਲਿਖਿਆ ਜਾ ਸਕਦਾ ਹੈ। ਇਸ ਲਈ ਇਹ ਸਿਰਫ ਇਕੁਅਲ ਟੂ t ਡੋ ਸਕੁਏਅਰ y ਬਾਏ ਡੋ x ਸਕੁਏਅਰ ਇਨਟੂ dx ਹੋਵੇਗਾ। ਹੁਣ ਨਿਸ਼ਚਿਤ ਤੌਰ ਤੇ ਮੈਂ ਇਸ ਨੂੰ ਮਾਸ ਟਾਈਮਜ਼ ਐਕਸੇਲਰੇਸ਼ਨ ਦੇ ਬਰਾਬਰ ਕਰਾਂਗਾ। ਇਸ ਲਈ ਸਟਰਿੰਗ ਦਾ ਪੁੰਜ ਲੀਨੀਅਰ ਡੈਂਸਿਟੀ ਹੋਵੇਗੀ, ਜਿਸ ਨੂੰ ਸਟਰਿੰਗ ਦੇ ਸੈਗਮੈਂਟ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਜਿਸ ਨੂੰ ਕੰਸੀਡਰ ਕੀਤਾ ਜਾ ਰਿਹਾ ਹੈ, ਜੋ ਕਿ dx ਹੈ। ਇਹ ਉਸ ਸੈਗਮੈਂਟ ਦੀ ਲੰਬਾਈ ਹੈ ਜਿਸ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ ਅਤੇ ਨਿਰਸੰਦੇਹ ਦੁਬਾਰਾ ਲਿਮਿਟ ਵਿੱਚ ਜਦੋਂ ਓਸੀਲੇਸ਼ਨਸ ਦਾ ਐਂਪਲੀਟਿਊਡ ਛੋਟਾ ਹੁੰਦਾ ਹੈ, ਅਸੀਂ ਮੰਨਦੇ ਹਾਂ ਕਿ ds ਅਪਰੋਕਸੀਮੇਟਲੀ ਇਕੁਅਲ ਟੂ dx ਹੈ। ਇਸ ਲਈ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਅਸਲ ਵਿੱਚ ds ਦੇ ਲਈ ਇੱਕ ਐਕਸਪ੍ਰੈਸ਼ਨ ਲਿਖਿਆ ਸੀ ਜੋ ਕਿ ਸਟਰਿੰਗ ਦੇ ਸੈਗਮੈਂਟ ਦੀ ਅਸਲ ਲੰਬਾਈ ਹੈ, ਅਤੇ ਹੁਣ ਸਮਾਲ ਓਸੀਲੇਸ਼ਨ ਦੀ ਲਿਮਿਟ ਵਿੱਚ ਅਸੀਂ ਇਹ ਮੰਨਦੇ ਹਾਂ ਕਿ ds dx ਦੇ ਬਹੁਤ ਨੇੜੇ ਹੈ। ਇਸ ਲਈ ਮੈਂ ਇਸ ਤੱਥ ਦੀ ਵਰਤੋਂ ਕਰਦਾ ਹਾਂ ਕਿ rho ਇਨਟੂ dx ਸਟਰਿੰਗ ਦਾ ਪੁੰਜ ਹੈ, ਅਤੇ ਇਸ ਨੂੰ 2 ਡੋ ਸਕੁਏਅਰ y ਬਾਏ ਡੋ t ਸਕੁਏਅਰ ਨਾਲ ਮਲਟੀਪਲਾਈ ਕੀਤਾ ਗਿਆ ਹੈ, ਅਤੇ ਇਹ t dx ਦੇ ਬਰਾਬਰ ਹੈ। ਇਸ ਲਈ ਸਪਸ਼ਟ ਹੈ ਕਿ ਹੁਣ ਇਸ ਐਕਸਪ੍ਰੈਸ਼ਨ ਵਿੱਚ dx ਅਤੇ dx ਕੈਂਸਲ ਹੋ ਜਾਵੇਗਾ। ਮੇਰੇ ਕੋਲ ਉਹ ਇਕੁਏਸ਼ਨ ਰਹਿ ਗਈ ਹੈ ਜੋ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਇਸ ਲਈ ਮੈਨੂੰ ਇੱਕ ਵਾਰ ਲਈ x ਅਤੇ t ਉੱਤੇ y ਦੀ ਡਿਪੈਂਡੈਂਸ ਨੂੰ ਸਪਸ਼ਟ ਰੂਪ ਵਿੱਚ ਲਿਖਣ ਦਿਓ। ਇਸ ਲਈ ਇਹ t ਬਾਏ rho ਡੋ ਸਕੁਏਅਰ y ਬਾਏ ਡੋ x ਸਕੁਏਅਰ ਹੋਵੇਗਾ। ਅੱਗੇ ਆਓ ਦੇਖੀਏ ਕਿ ਇਹ ਟਰਮ t ਬਾਏ rho ਸਾਨੂੰ ਕੀ ਦੱਸੇਗੀ। ਅਤੇ ਇਹ ਦੇਖਣ ਲਈ ਕਿ ਇਹ ਕੀ ਹੈ, ਇੱਕ ਕੁਇਕ ਡਾਇਮੈਂਸ਼ਨਲ ਐਨਾਲਿਸਿਸ ਕਰਨਾ ਹੋਰ ਵੀ ਆਸਾਨ ਹੈ। ਇਸ ਲਈ ਜੇਕਰ ਤੁਸੀਂ ਇਸ ਇਕੁਏਸ਼ਨ ਦੇ ਖੱਬੇ ਪਾਸੇ ਵੱਲ ਵੇਖਦੇ ਹੋ ਤਾਂ ਇਸ ਲੈਂਥ ਸਕੁਏਅਰ ਬਾਏ ਟਾਈਮ ਸਕੁਏਅਰ
ਦੇ ਡਾਇਮੈਂਸ਼ਨਸ ਹੁੰਦੇ ਹਨ। ਕਿਉਂਕਿ ਇਹ ਡੋ ਸਕੁਏਅਰ y ਬਾਈ ਡੋ t ਸਕੁਏਅਰ ਹੈ, ਇਸ ਲਈ ਇਹ ਲੈਂਥ ਸਕੁਏਅਰ ਬਾਈ ਟਾਈਮ ਸਕੁਏਅਰ ਹੈ ਅਤੇ ਇੱਥੇ ਸੱਜੇ ਪਾਸੇ ਮੇਰੇ ਕੋਲ t ਬਾਈ ਰੋ ਹੈ। ਮੈਂ ਇਸ ਬਾਰੇ ਚਿੰਤਾ ਨਹੀਂ ਕਰਾਂਗਾ ਕਿ ਇਹ ਹੁਣ ਕੀ ਹੈ, ਅਤੇ ਇੱਥੇ ਮੇਰੇ ਕੋਲ ਲੈਂਥ ਸਕੁਏਅਰ ਬਾਈ ਲੈਂਥ ਸਕੁਏਅਰ ਹੈ, ਕਿਉਂਕਿ ਇਹ ਡੋ ਸਕੁਏਅਰ y ਬਾਈ ਡੋ x ਸਕੁਏਅਰ ਹੈ। ਇਸ ਲਈ ਨਿਸ਼ਚਿਤ ਤੌਰ ਤੇ ਇਹ ਡਾਇਮੈਂਸ਼ਨ ਇੱਕ ਦੂਜੇ ਨੂੰ ਕੈਂਸਲ ਕਰ ਦੇਵੇਗਾ, ਜਿਸ ਦਾ ਮਤਲਬ ਹੈ ਕਿ ਇਹ ਮੈਨੂੰ ਦੱਸਦਾ ਹੈ ਕਿ ਇਹ t ਬਾਈ ਰੋ ਵੈਲੋਸਿਟੀ ਦੇ ਡਾਇਮੈਂਸ਼ਨਸ ਦੇ ਅਨੁਰੂਪ ਹੈ। ਸਪਸ਼ਟ ਤੌਰ ਤੇ L ਬਾਈ t ਨਿਸ਼ਚਿਤ ਤੌਰ ਤੇ ਡਿਸਪਲੇਸਮੈਂਟ ਡਿਵਾਈਡਡ ਬਾਈ ਟਾਈਮ ਹੈ, ਅਤੇ L ਸਕੁਏਅਰ ਬਾਈ t ਸਕੁਏਅਰ ਵੈਲੋਸਿਟੀ ਦਾ ਸਕੁਏਅਰ ਹੈ। ਇਸ ਲਈ ਇਸ ਕੁਆਂਟੀਟੀ t ਬਾਈ ਰੋ ਵਿੱਚ ਵੈਲੋਸਿਟੀ ਸਕੁਏਅਰ ਦੇ ਡਾਇਮੈਂਸ਼ਨਸ ਹੋਣੇ ਚਾਹੀਦੇ ਹਨ। ਅਸਲ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਵੇਵ ਦੀ ਵੈਲੋਸਿਟੀ ਨੂੰ ਦਰਸਾਉਂਦਾ ਹੈ, ਇਸ ਲਈ ਆਮ ਤੌਰ ਤੇ ਇਸ ਨੂੰ ਹੇਠਾਂ ਲਿਖੇ ਤਰੀਕੇ ਨਾਲ ਲਿਖਿਆ ਜਾਂਦਾ ਹੈ। ਇਹ ਇਕੁਏਸ਼ਨ c ਸਕੁਏਅਰ ਇਕੁਅਲ ਟੂ t ਬਾਈ ਰੋ ਹੈ। ਇਹ ਸਟਰਿੰਗ ਵਿੱਚ ਟੈਂਸ਼ਨ ਤੇ ਨਿਰਭਰ ਕਰਦਾ ਹੈ, ਅਤੇ ਨਿਸ਼ਚਿਤ ਤੌਰ ਤੇ ਦੂਜਾ ਭਾਗ ਲੀਨੀਅਰ ਡੈਂਸਿਟੀ ਹੈ। ਸਟਰਿੰਗ ਉਹ ਮਾਧਿਅਮ ਹੈ ਜਿਸ ਵਿੱਚ ਵੇਵ ਮੋਸ਼ਨ ਹੋ ਰਿਹਾ ਹੈ। ਟੈਂਸ਼ਨ ਮਾਧਿਅਮ ਦੀ ਪ੍ਰੋਪਰਟੀ ਦੇ ਅਨੁਰੂਪ ਹੈ, ਅਤੇ ਬੇਸ਼ੱਕ ਪੋਟੈਂਸ਼ੀਅਲ ਐਨਰਜੀ ਇਸ ਤੱਥ ਤੋਂ ਆਉਂਦੀ ਹੈ ਕਿ ਤੁਹਾਡੇ ਕੋਲ ਸਟਰਿੰਗ ਵਿੱਚ ਟੈਂਸ਼ਨ ਹੈ, ਰੋ ਜੋ ਕਿ ਲੀਨੀਅਰ ਡੈਂਸਿਟੀ ਹੈ। ਮੂਲ ਰੂਪ ਵਿੱਚ ਉਹ ਪ੍ਰੋਪਰਟੀ ਹੈ ਜੋ ਕਾਇਨੈਟਿਕ ਐਨਰਜੀ ਨਾਲ ਸੰਬੰਧਿਤ ਹੈ। ਇਸ ਲਈ ਇਹ ਕਿਸੇ ਅਜਿਹੀ ਚੀਜ਼ ਦੇ ਵਿਚਕਾਰ ਅਨੁਪਾਤ ਹੈ ਜੋ ਪੋਟੈਂਸ਼ੀਅਲ ਐਨਰਜੀ ਲਈ ਰਿਸਪੌਂਸੀਬਲ ਹੈ ਅਤੇ ਕਿਸੇ ਅਜਿਹੀ ਚੀਜ਼ ਜੋ ਕਿ ਕਾਇਨੈਟਿਕ ਐਨਰਜੀ ਲਈ ਰਿਸਪੌਂਸੀਬਲ ਹੈ। ਤਾਂ ਇੱਥੇ ਦੁਬਾਰਾ ਮੇਰੇ ਕੋਲ ਵੇਵ ਇਕੁਏਸ਼ਨ ਹੈ ਅਤੇ ਤੁਹਾਨੂੰ ਦੁਬਾਰਾ ਯਾਦ ਕਰਾਉਣ ਲਈ ਕਿ ਅਸੀਂ ਬਾਉਂਡਰੀ ਕੰਡੀਸ਼ਨਸ ਬਾਰੇ ਚਿੰਤਿਤ ਨਹੀਂ ਹਾਂ। ਬਾਉਂਡਰੀ ਕੰਡੀਸ਼ਨਸ ਲਗਾਈਆਂ ਜਾਣਗੀਆਂ ਜਦੋਂ ਅਸੀਂ ਅਸਲ ਵਿੱਚ ਕਿਸੇ ਖਾਸ ਪ੍ਰੋਬਲਮ ਨੂੰ ਹੱਲ ਕਰਦੇ ਹਾਂ। ਹੁਣ ਸੋਲਿਊਸ਼ਨਸ ਬਾਰੇ ਕੀ ਹੋਵੇਗਾ? ਇਸ ਲਈ ਜਦੋਂ ਮੇਰਾ ਮਤਲਬ ਸੋਲਿਊਸ਼ਨ ਤੋਂ ਹੈ ਤਾਂ ਮੇਰਾ ਮਤਲਬ ਇਹ ਹੈ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ x ਅਤੇ t ਦੇ ਫੰਕਸ਼ਨ ਦੇ ਰੂਪ ਵਿੱਚ y ਕੀ ਹੈ। ਦੂਜੇ ਸ਼ਬਦਾਂ ਵਿੱਚ ਮੈਂ ਜਾਣਨਾ ਚਾਹੁੰਦਾ ਹਾਂ ਕਿ ਕਿਸੇ ਖਾਸ ਸਮੇਂ ਤੇ ਸਟਰਿੰਗ ਤੇ ਕਿਸੇ ਖਾਸ ਪੋਜੀਸ਼ਨ ਤੇ ਡਿਸਪਲੇਸਮੈਂਟ ਕੀ ਹੈ। ਜੇਕਰ ਮੈਨੂੰ ਇਹ ਪਤਾ ਹੈ, ਤਾਂ ਨਿਸ਼ਚਿਤ ਤੌਰ ਤੇ ਮੈਂ ਦਾਅਵਾ ਕਰ ਸਕਦਾ ਹਾਂ ਕਿ ਮੈਂ ਪ੍ਰੋਬਲਮ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਹੈ। ਇਹ ਦੇਖਣਾ ਆਸਾਨ ਹੈ ਕਿ ਇੱਕ ਸੰਭਾਵੀ ਸੋਲਿਊਸ਼ਨ f ਆਫ ct-x ਦੀ ਫੋਰਮ ਦਾ ਹੋ ਸਕਦਾ ਹੈ। ਇਸ ਲਈ c ਨਿਸ਼ਚਿਤ ਹੀ ਸਾਡੀ ਵੈਲੋਸਿਟੀ ਹੈ, t ਸਮਾਂ ਹੈ ਅਤੇ x ਸਟਰਿੰਗ ਦੇ ਨਾਲ ਪੋਜੀਸ਼ਨ ਹੈ। ਇਸ ਲਈ ਜਾਂ ਤਾਂ ਕੋਈ ct-x ਦਾ ਕੋਈ ਫੰਕਸ਼ਨ ਲੈ ਸਕਦਾ ਹੈ ਜਾਂ ct+x ਦਾ ਕੋਈ ਫੰਕਸ਼ਨ ਇਹਨਾਂ ਵਿੱਚੋਂ ਕੋਈ ਵੀ ਸੋਲਿਊਸ਼ਨਸ ਵਜੋਂ ਕੰਮ ਕਰੇਗਾ। ਹੁਣ ਮੈਨੂੰ ਇਹਨਾਂ ਦੋ ਕੁਆਂਟੀਟੀਜ਼ a ਅਤੇ a ਨੂੰ ਇਸ ਇਕੁਏਸ਼ਨ ਵਿੱਚ ਜੋੜਨ ਦੀ ਲੋੜ ਹੈ। ਇਸ ਲਈ ਇਹ ਦੇਖਣਾ ਬਹੁਤ ਆਸਾਨ ਹੈ ਕਿ ਜੇਕਰ ਮੈਂ ਟਾਈਮ ਡੈਰੀਵੇਟਿਵ ਪਲੱਗ ਇਨ ਕਰਦਾ ਹਾਂ ਤਾਂ ਬੇਸ਼ੱਕ ਇਹ ਇੱਥੇ ਜਾਵੇਗਾ ਅਤੇ c ਸਕੁਏਅਰ ਅਤੇ c ਸਕੁਏਅਰ ਕੈਂਸਲ ਹੋ ਜਾਵੇਗਾ, ਤਾਂ ਮੇਰੇ ਕੋਲ f ਡਬਲ ਪ੍ਰਾਈਮ ਆਫ ct-x ਇਕੁਅਲ ਟੂ ਹੋਵੇਗਾ, ਅਤੇ ਰਾਈਟ ਹੈਂਡ ਸਾਈਡ ਮੇਰੇ ਕੋਲ f ਡਬਲ ਪ੍ਰਾਈਮ ਆਫ ct-x ਹੈ, ਅਤੇ ਸਪਸ਼ਟ ਤੌਰ ਤੇ ਉਹ ਇੱਕ ਦੂਜੇ ਦੇ ਬਰਾਬਰ ਹਨ। ਇਸ ਲਈ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਸੋਲਿਊਸ਼ਨ ਲਈ ਸਾਡਾ ਐਨਸੈਟਸ ਜੋ ਕਿ ct-x ਦਾ ਕੋਈ ਫੰਕਸ਼ਨ ਹੈ, ਅਸਲ ਵਿੱਚ ਵੇਵ ਇਕੁਏਸ਼ਨ ਦਾ ਇੱਕ ਸੋਲਿਊਸ਼ਨ ਹੈ। ਅਤੇ ਇਸੇ ਤਰ੍ਹਾਂ ਤੁਸੀਂ f ਆਫ ct+x ਨੂੰ ਵੀ ਪਲੱਗ ਇਨ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਯਕੀਨ ਦਿਵਾ ਸਕਦੇ ਹੋ ਕਿ ct+x ਦਾ ਕੋਈ ਵੀ ਫੰਕਸ਼ਨ ਵੀ ਵੇਵ ਇਕੁਏਸ਼ਨ ਦਾ ਸੋਲਿਊਸ਼ਨ ਹੋਵੇਗਾ। ਮੈਂ ਹੁਣ ਕੁਝ ਫੰਕਸ਼ਨ ਸਪੈਸੀਫਾਈ ਕਰਨਾ ਚਾਹਾਂਗਾ। ਤਾਂ ਅਸੀਂ ਜਾਣਦੇ ਹਾਂ ਕਿ ਅਸੀਂ ਓਸੀਲੇਟਰੀ ਸਿਸਟਮ ਨਾਲ ਕੰਮ ਕਰ ਰਹੇ ਹਾਂ। ਸਟਰਿੰਗ ਓਸੀਲੇਟਿੰਗ ਹੈ, ਇਸ ਲਈ ਸਾਡੇ ਕੋਲ ਆਸ-ਪਾਸ ਸਾਈਨ ਅਤੇ ਕੋਸਾਈਨ ਫੰਕਸ਼ਨਸ ਹੋਣੇ ਚਾਹੀਦੇ ਹਨ। ਇਸ ਲਈ ਜੇਕਰ ਤੁਸੀਂ ਇੱਕ ਸਟਰਿੰਗ ਦਾ ਕੋਈ ਛੋਟਾ ਜਿਹਾ ਸੈਗਮੈਂਟ ਲੈਂਦੇ ਹੋ ਜੋ ਸ਼ਾਇਦ ਇੱਕ ਪਾਰਟੀਕਲ ਵਰਗਾ ਹੈ, ਅਤੇ ਇਹ ਮੂਲ ਰੂਪ ਵਿੱਚ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਇਸ ਲਈ ਜੇਕਰ ਮੈਂ ਆਪਣੇ ਆਪ ਨੂੰ ਇੱਕ ਸਟਰਿੰਗ ਦੇ ਇੱਕ ਇਨਫਿਨਿਟੈਸੀਮਲ ਸੈਗਮੈਂਟ ਤੇ ਫੋਕਸ ਕਰਦਾ ਹਾਂ ਤਾਂ ਇਹ ਕੁਝ ਨਹੀਂ ਕਰ ਰਿਹਾ।
ਪਰ ਸਿਰਫ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਓਸੀਲੇਸ਼ਨਸ, ਜਿਸ ਦੇ ਲਈ ਅਸੀਂ ਪਹਿਲਾਂ ਹੀ ਆਪਣੇ ਲੈਕਚਰਾਂ ਦੇ ਪਹਿਲੇ ਹਫ਼ਤੇ ਤੋਂ ਹੀ ਸੋਲਿਊਸ਼ਨ ਜਾਣਦੇ ਹਾਂ। ਇਸ ਲਈ, ਸੋਲਿਊਸ਼ਨ ਜਾਂ ਤਾਂ ਕੋਈ ਸਾਈਨ ਫੰਕਸ਼ਨ ਜਾਂ ਕੋਸਾਈਨ ਫੰਕਸ਼ਨ ਹੋਣਾ ਚਾਹੀਦਾ ਹੈ। ਤਾਂ ਇਸ ਦੇ ਆਧਾਰ ਤੇ, ਮੈਂ ਕਹਿ ਸਕਦਾ ਹਾਂ ਕਿ ਇੱਕ ਛੋਟੇ ਸੈਗਮੈਂਟ y ਦੇ ਲਈ ਡਿਸਪਲੇਸਮੈਂਟ a sin ਓਮੇਗਾ t ਮਾਈਨਸ phi ਹੋਣਾ ਚਾਹੀਦਾ ਹੈ। ਇਸ ਲਈ ਇਹ ਇੱਕ ਸੰਭਾਵੀ ਸੋਲਿਊਸ਼ਨ ਹੋਣਾ ਚਾਹੀਦਾ ਹੈ। ਆਖਰਕਾਰ ਉਹ ਸੈਗਮੈਂਟ ਓਸੀਲੇਟ ਕਰ ਰਿਹਾ ਹੈ। ਇਸ ਲਈ ਕਿਸੇ ਤਰ੍ਹਾਂ ਮੈਂ ct-x ਲਿਆਉਣਾ ਚਾਹੁੰਦਾ ਹਾਂ, ਜਿਸ ਵਿੱਚ ਅਜਿਹਾ ਕਰਨ ਲਈ ਮੈਂ ਇਸ ਨੂੰ 2 pi mu into t ਮਾਈਨਸ ਇਹ phi ਦੇ ਰੂਪ ਵਿੱਚ ਦੁਬਾਰਾ ਲਿਖ ਸਕਦਾ ਹਾਂ, ਜੋ ਦਰਅਸਲ ਰੇਡੀਅਸ ਵਿੱਚ ਹੈ। ਮੈਨੂੰ ਇਸ ਨੂੰ 2 pi x ਬਾਏ ਲੈਂਬਡਾ ਦੇ ਰੂਪ ਵਿੱਚ ਲਿਖਣ ਦਿਓ, ਅਤੇ ਹੁਣ ct-x ਪ੍ਰਾਪਤ ਕਰਨ ਲਈ ਮੈਂ ਇਸ nu ਬਾਏ c ਬਾਏ ਲੈਂਬਡਾ ਨੂੰ ਬਦਲ ਸਕਦਾ ਹਾਂ। ਹੁਣ ਤੁਸੀਂ ਦੇਖੋਗੇ ਕਿ ਇਸ ਵਿੱਚ ਮੈਂ 2 pi ਬਾਏ ਲੈਂਬਡਾ ਬਾਹਰ ਲੈ ਸਕਦਾ ਹਾਂ। ਇਸ ਲਈ ਮੇਰੇ ਕੋਲ ct-x ਹੋਵੇਗਾ। ਇਸ ਲਈ ਸਪਸ਼ਟ ਤੌਰ ਤੇ ਜੋ ਮੈਂ ਪ੍ਰਾਪਤ ਕੀਤਾ ਹੈ ਉਹ ਵੇਵ ਇਕੁਏਸ਼ਨ ਦੇ ਲਈ ਇੱਕ ਸੋਲਿਊਸ਼ਨ ਹੈ। ਇਸ ਲਈ y ਡਿਸਪਲੇਸਮੈਂਟ ਹੈ ਜੋ ਪੋਜੀਸ਼ਨ ਅਤੇ ਟਾਈਮ ਦਾ ਇੱਕ ਫੰਕਸ਼ਨ ਹੈ, ਅਤੇ ਜਿਵੇਂ ਅਸੀਂ ਚਾਹੁੰਦੇ ਸੀ ਕਿ ਅਸੀਂ ਇਸ ਸੋਲਿਊਸ਼ਨ ਨੂੰ ct-x ਦੇ ਕਿਸੇ ਫੰਕਸ਼ਨ ਦੇ ਰੂਪ ਵਿੱਚ ਲਿਖਾਂਗੇ, ਅਤੇ ਅਜਿਹਾ ਕਰਨ ਵਿੱਚ ਅਸੀਂ ਇਸ ਤੱਥ ਦੁਆਰਾ ਪ੍ਰੇਰਿਤ ਹੋਏ ਸੀ ਕਿ ਸਟਰਿੰਗ ਦਾ ਇੱਕ ਛੋਟਾ ਜਿਹਾ ਸੈਗਮੈਂਟ ਮੀਨ ਪੋਜੀਸ਼ਨ ਦੇ ਸੰਬੰਧ ਵਿੱਚ ਓਸੀਲੇਟ ਕਰਨ ਤੋਂ ਇਲਾਵਾ ਕੁਝ ਨਹੀਂ ਕਰਦਾ ਹੈ, ਅਤੇ ਤੁਹਾਨੂੰ ਯਾਦ ਕਰਾਉਣ ਲਈ ਕਿ ਨਿਊ ਫ੍ਰੀਕੁਐਂਸੀ ਹੈ। ਓਮੇਗਾ ਐਂਗੂਲਰ ਫ੍ਰੀਕੁਐਂਸੀ ਹੈ। ਅਤੇ ਲੈਂਬਡਾ ਵੇਵਲੈਂਥ ਹੈ। ਅਤੇ phi ਦਰਅਸਲ ਫੇਜ਼ ਹੈ। ਅਸੀਂ ਇੱਕ ਹੋਰ ਕੁਆਂਟੀਟੀ ਵੀ ਪੇਸ਼ ਕਰ ਸਕਦੇ ਹਾਂ ਜਿਸ ਨੂੰ ਵੇਵ ਵੈਕਟਰ ਕਿਹਾ ਜਾਂਦਾ ਹੈ, ਜੋ ਕਿ 2 pi ਬਾਏ ਲੈਂਬਡਾ ਹੋਵੇਗੀ। ਇਸ ਲਈ k ਵੇਵ ਵੈਕਟਰ ਹੈ, ਅਤੇ ਜੇਕਰ ਮੈਂ k ਨੂੰ ਪਲੱਗ ਇਨ ਕਰਦਾ ਹਾਂ ਤਾਂ ਮੈਂ k ਦੇ ਰੂਪ ਵਿੱਚ ਸੋਲਿਊਸ਼ਨ ਲਿਖ ਸਕਦਾ ਹਾਂ, ਅਤੇ ਇਹ ਬਣ ਜਾਵੇਗਾ y of xt equal to a sin omega t ਮਾਈਨਸ kx। ਅਤੇ ਇਹ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਇਹ ਉਸ ਵੇਵ ਨਾਲ ਮੇਲ ਖਾਂਦਾ ਹੈ ਜੋ ਪੋਜ਼ਿਟਿਵ x ਡਾਇਰੈਕਸ਼ਨ ਵਿੱਚ ਜਾ ਰਹੀ ਹੈ। ਇਸੇ ਤਰ੍ਹਾਂ ਮੈਂ ਇੱਕ ਹੋਰ ਸੋਲਿਊਸ਼ਨ ਲਿਖ ਸਕਦਾ ਹਾਂ ਜੋ ਕਿ y of xt equal to a sin omega t plus kx ਹੈ। ਇਸ ਲਈ ਇਹ ਉਸ ਵੇਵ ਦੇ ਅਨੁਰੂਪ ਹੋਵੇਗਾ ਜੋ ਨੈਗੇਟਿਵ x ਡਾਇਰੈਕਸ਼ਨ ਵਿੱਚ ਜਾ ਰਹੀ ਹੈ। ਅਤੇ ਆਮ ਤੌਰ ਤੇ ਜਦੋਂ ਵੀ ਸਾਈਨ ਅਤੇ ਕੋਸਾਈਨ ਫੰਕਸ਼ਨ ਸ਼ਾਮਿਲ ਹੁੰਦੇ ਹਨ ਤਾਂ ਇਹ ਇੱਕੋ ਇੱਕ ਸੰਭਵ ਸੋਲਿਊਸ਼ਨ ਨਹੀਂ ਹੁੰਦਾ ਜਿਸ ਬਾਰੇ ਅਸੀਂ ਸੋਚ ਸਕਦੇ ਹਾਂ। ਇਸ ਨੂੰ ਐਕਸਪੋਨੈਂਸ਼ੀਅਲ ਫੰਕਸ਼ਨਸ ਦੇ ਰੂਪ ਵਿੱਚ ਲਿਖਣ ਦੇ ਤਰੀਕੇ ਹਨ। ਅਸੀਂ ਇਸ ਨੂੰ ਪਹਿਲਾਂ ਹੀ ਦੇਖਿਆ ਸੀ। ਅੰਤ ਵਿੱਚ ਮੈਂ ਇਹ ਵੀ ਦੱਸਦਾ ਹਾਂ ਕਿ ਅਸੀਂ k ਨੂੰ 2 pi ਬਾਏ ਲੈਂਬਡਾ ਦੇ ਰੂਪ ਵਿੱਚ ਲਿਖਿਆ ਸੀ, ਪਰ ਜੇਕਰ ਤੁਸੀਂ ਇਸ ਨੂੰ ਮਲਟੀਪਲਾਈ ਕਰਦੇ ਹੋ ਅਤੇ ਨਿਊ ਨਾਲ ਡਿਵਾਈਡ ਕਰਦੇ ਹੋ, ਤੁਸੀਂ ਇਸ ਨੂੰ ਓਮੇਗਾ ਬਾਏ c ਦੇ ਰੂਪ ਵਿੱਚ ਵੀ ਲਿਖ ਸਕਦੇ ਹੋ। ਅਗਲਾ ਮੋਡਿਊਲ ਅਸੀਂ ਇਹਨਾਂ ਸੋਲਿਊਸ਼ਨਸ ਦੀਆਂ ਹੋਰ ਪ੍ਰੋਪਰਟੀਜ਼ ਨੂੰ ਦੇਖ ਕੇ ਜਾਰੀ ਰੱਖਾਂਗੇ। ਅਸੀਂ ਕੁਝ ਰੀਅਲ ਪ੍ਰੋਬਲਮਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖੋਗੇ ਕਿ ਇਹਨਾਂ ਸੋਲਿਊਸ਼ਨਸ ਨੂੰ ਪ੍ਰਾਪਤ ਕਰਨ ਲਈ ਇਹ ਇਸ ਅਰਥ ਵਿੱਚ ਜਨਰਲ ਸੋਲਿਊਸ਼ਨ ਹਨ ਕਿ ਅਸੀਂ ਕੋਈ ਵੀ ਬਾਉਂਡਰੀ ਕੰਡੀਸ਼ਨਸ ਨਹੀਂ ਲਗਾਈਆਂ ਹਨ, ਪਰ ਅਗਲੇ ਕੁਝ ਲੈਕਚਰਾਂ ਵਿੱਚ ਅਸੀਂ ਬਾਉਂਡਰੀ ਕੰਡੀਸ਼ਨਸ ਲਗਾਵਾਂਗੇ ਅਤੇ ਵਿਸ਼ੇਸ਼ ਪ੍ਰੋਬਲਮਸ ਦੇ ਵਿਸਤ੍ਰਿਤ ਸੋਲਿਊਸ਼ਨਸ ਪ੍ਰਾਪਤ ਕਰਾਂਗੇ।